ਨਾਨਕ ਪਾਦ ਪੰਕਜ ਬੰਧਨ, ਪਾਦ ਪੰਕਜ ਬੰਧਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ, ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਸਾਨੂੰ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਰੋਜ਼ਾਨਾ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ, ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚ ਜੁੜ ਮਿਲ ਬੈਠਦੇ ਹਾਂ, ਜਿੱਥੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ। ਉਸ ਦੇ ਉਪਰੰਤ ਸਤਿਗੁਰਾਂ ਜੀ ਦੇ ਪਾਵਨ ਇਤਿਹਾਸ ਤੋਂ ਵੀ ਜਾਣੂ ਹੋਣ ਦਾ ਯਤਨ ਕਰਦੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਜੋ ਪਿਛਲੇ ਦਿਨਾਂ ਤੋਂ ਪ੍ਰਸੰਗ ਆਰੰਭ ਕੀਤਾ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ, ਜਿਸ ਦੇ ਵਿੱਚ ਵੈਦ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਲਾਜ ਕਰਨ ਵਾਸਤੇ ਬੁਲਾਇਆ ਜਾਂਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਾਅਦ ਵੈਦ ਨੂੰ ਇੰਝ ਮਹਿਸੂਸ ਹੁੰਦਾ ਵੀ ਅਸਲ ਦੇ ਵਿੱਚ ਵੈਦ ਵੀ ਮਨ ਦੇ ਰੋਗਾਂ ਦਾ ਸ਼ਿਕਾਰ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖ ਕੇ ਵੈਦ ਇੱਥੋਂ ਤੱਕ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ ਧਾਰਨ ਕਰਦਾ ਹੈ ਵੀ ਇਹ ਜੋ ਇਨਸਾਨ ਹੈ ਨਾ, ਇਸ ਦੇ ਕੋਲੋਂ ਮੈਨੂੰ ਪੂਰਾ ਇਨਸਾਫ ਮਿਲੇਗਾ। ਜਿਹੜੇ ਮੇਰੇ ਮਨ ਦੇ ਰੋਗ ਨੇ ਨਾ, ਇਹਨਾਂ ਰੋਗਾਂ ਤੋਂ ਮੈਂ ਮੁਕਤੀ ਪ੍ਰਾਪਤ ਕਰਾਂਗਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਿਆਲੂ ਕਿਰਪਾਲੂ ਪ੍ਰਭੂ ਜੀ ਬਖਸ਼ਿਸ਼ਾਂ ਫਰਮਾਉਂਦੇ ਹੋਏ ਉਸ ਵੈਦ ਨੂੰ ਸੰਬੋਧਨ ਕਰਦੇ ਹੋਏ ਫਿਰ ਜਿੱਥੇ ਸ਼ਲੋਕ ਉਚਾਰਨ ਕਰਦੇ ਨੇ, ਨਾਲ ਹੀ ਨਾਲ ਉਸ ਨੂੰ ਹੋਰ ਉਪਦੇਸ਼ ਵੀ ਦਿੰਦੇ ਨੇ, ਜਿਨ੍ਹਾਂ ਉਪਦੇਸ਼ਾਂ ਨੂੰ ਧਾਰਨ ਕਰਕੇ ਆਪਣੇ ਮਨ ਦੇ ਵਿੱਚ ਪੱਕਾ ਕਰਕੇ ਵੈਦ ਨੇ ਇਹ ਨਿਸ਼ਚਾ ਕੀਤਾ, ਇਹ ਭਰੋਸਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਪੈਦਾ ਕੀਤੀ ਹੈ ਵੀ ਅੱਜ ਤੋਂ ਜੋ ਪਾਤਸ਼ਾਹ ਜੀ ਨੇ ਉਪਦੇਸ਼ ਕੀਤੇ ਨੇ, ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗਾ। ਤੇ ਫਿਰ ਪਾਤਸ਼ਾਹ ਜੀ ਉਸ ਪ੍ਰਸੰਗ ਦੀ ਸਮਾਪਤੀ ਦੇ ਵਿੱਚ ਬੇਨਤੀ ਕਰਦੇ ਨੇ, ਵਚਨ ਕਰਦੇ ਨੇ ਵੀ ਭਾਈ ਸਤ ਸੰਗਤ ਦੇ ਵਿੱਚ ਬੈਠ ਕੇ, ਸਤ ਸੰਗਤ ਦੇ ਵਿੱਚ ਵਿਚਰ ਕੇ
ਜਦੋਂ ਤੁਸੀਂ ਨਾਮ ਦੇ ਨਾਲ ਸੁਰਤ ਨੂੰ ਜੋੜਦੇ ਹੋ, ਪ੍ਰਮਾਤਮਾ ਦੀ ਬੰਦਗੀ, ਸਿਮਰਨ, ਆਰਾਧਨਾ ਕਰਦੇ ਹੋ, ਤਾਂ ਤੁਹਾਡੇ ਜੀਵਨ ਦੇ ਵਿੱਚ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਉਸ ਪ੍ਰਸੰਗ ਦੀ ਸਮਾਪਤੀ ਕੀਤੀ ਸੀ। ਅੱਜ ਦੇ ਇਹਨਾਂ ਦੀਵਾਨਾਂ ਦੇ ਵਿੱਚ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਧ ਅਧਿਆਇ 14ਵੇਂ ਦਾ ਪ੍ਰਸੰਗ ਆਰੰਭ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜਿਵੇਂ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਸੱਚਾ ਸੌਦਾ ਕਰਨ ਦੇ ਵਾਸਤੇ ਭੇਜੇ ਨੇ, ਖਰਾ ਸੌਦਾ ਕਰਨ ਦੇ ਵਾਸਤੇ ਭੇਜਦੇ ਨੇ, ਤੇ ਇਸ ਪ੍ਰਸੰਗ ਦਾ ਸਿਰਲੇਖ ਵੀ ਖਰਾ ਸੌਦਾ ਕਰਨ ਜਾਣਾ ਹੈ। ਆਓ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਇਆ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸ਼੍ਰੀ ਅੰਗਦ ਸੁਣੀਏ ਕਹਿ ਬਾਲਾ, ਸ਼੍ਰੀ ਸਤਿਗੁਰ ਕੀ ਕਥਾ ਰਸਾਲਾ। ਹੁਣ ਭਾਈ ਬਾਲਾ ਜੀ ਜਿਹੜੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੇ ਜਿੱਥੇ ਉਹ ਜਨਮ ਦੀ ਪੱਤਰੀ ਜਿਹੜੀ ਲੈ ਕੇ ਆਏ ਸਨ, ਉਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਨੂੰ ਸੁਣਾਉਣਾ ਕਰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਸੁਣਾ ਕੇ ਫਿਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦੇ ਨੇ ਕਿ ਹੇ ਕਿਰਪਾਲੂ ਪ੍ਰਭੂ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਤੁਸੀਂ ਸਤਿਗੁਰੂ ਜੀ ਦੀ ਕਥਾ ਪ੍ਰੇਮ ਦੇ ਨਾਲ ਸੁਣੋ ਜੀ। ਕੋ ਇੱਕ ਦਿਨ ਪਰ ਰਹੇ ਨਿਕੇਤੂ, ਵਿਚਰੇ ਨਾ ਬੇਦੀ ਕੁਲ ਕੇਤੂ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਕਿ ਵੈਦ ਆਉਂਦਾ, ਵੈਦ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ। ਕਹਿੰਦੇ ਇਸ ਘਟਨਾਕ੍ਰਮ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋ ਇੱਕ ਦਿਨ ਪਰ ਰਹੇ ਨਿਕੇਤੂ, ਕਹਿੰਦੇ ਕਈ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੇਵਲ ਘਰ ਦੇ ਵਿੱਚ ਹੀ ਰਹਿੰਦੇ ਨੇ, ਤੇ ਬੇਦੀ ਕੁਲ ਦੇ ਦੁਲਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਬਾਹਰ ਫਿਰਨ ਤੁਰਨ ਦੇ ਲਈ ਨਹੀਂ ਜਾਂਦੇ। ਕਬਹਿ ਕਰੇ ਕਾਲੂ ਪ੍ਰਤੀ ਤੂੰ, ਬਚਨ ਸੁਣਤ ਬਿਸਮੈ ਹੋਏ ਚੀਤੂ। ਕਹਿੰਦੇ ਕਦੇ ਕਦੇ ਮੈਂ ਤਾਂ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਜਿਹੜੇ ਬਚਨ ਸੁਣਦੇ ਨੇ, ਜਾਂ ਜੋ ਕੁਝ ਵੀ ਉਹਨਾਂ ਦੇ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੌਤਕ ਵਰਤਾਏ ਨੇ, ਲੀਲਾ ਰਚੀਆਂ ਨੇ, ਤੇ ਉਸ ਦੇ ਬਾਬਤ ਮੈਂ ਤਾਂ ਕਾਲੂ ਜੀ ਕਦੇ ਕਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਵੀ ਧਾਰਨ ਕਰਦੇ ਨੇ, ਨਿਸ਼ਚਾ ਵੀ ਧਾਰਨ ਕਰਦੇ ਨੇ, ਤੇ ਗੁਰੂ ਜੀ ਦੇ ਬਚਨ ਸੁਣ ਕੇ ਚਿੱਤ ਦੇ ਵਿੱਚ ਬੜੇ ਪ੍ਰਸੰਨ ਹੁੰਦੇ ਨੇ। ਬਹੁਰ ਦੇ ਮਾਇਆ ਭਰਮਾਈ, ਹਿਰਦੇ ਕੁਤਰਕ ਅਨੇਕ ਉਠਾਈ। ਕਹਿੰਦੇ ਪਰ ਮੈਂ ਤਾਂ ਕਾਲੂ ਜੀ ਮਾਇਆ ਦੇ ਪ੍ਰਭਾਵ ਨੂੰ ਕਬੂਲਦੇ ਹੋਏ, ਮਾਇਆ ਦੇ ਸ਼ਿਕਾਰ ਹੋਣ ਦੇ ਬਾਵਜੂਦ, ਮਾਇਆ ਦੇ ਮੋਹ ਦੇ ਵਿੱਚ ਫਸੇ ਹੋਣ ਦੇ ਕਾਰਨ ਕਦੇ ਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉੱਤੇ ਤਰਕ ਵੀ ਕਰਦੇ ਨੇ, ਮਨ ਦੇ ਵਿੱਚ ਤਰਕ ਦੀ ਭਾਵਨਾ ਵੀ ਪੈਦਾ ਕਰ ਲੈਂਦੇ ਨੇ। ਤੇ ਇਸੇ ਤਰ੍ਹਾਂ ਹੁਣ ਅਸੀਂ ਇੱਥੋਂ ਇਹ ਵੀ ਸਿੱਖਿਆ ਧਾਰਨ ਕਰ ਸਕਦੇ ਵੀ ਜਦੋਂ ਤੱਕ ਅਸੀਂ ਮਾਇਕ ਪਦਾਰਥਾਂ ਦਾ ਮੋਹ ਨਾ ਛੱਡਾਂਗੇ ਨਾ, ਅਸੀਂ ਦੁਨਿਆਵੀ ਪਦਾਰਥਾਂ ਦੇ ਨਾਲ ਜੁੜੇ ਰਵਾਂਗੇ, ਤਾਂ ਸੁਭਾਵਿਕ ਹੀ ਅਸੀਂ ਤਰਕ ਦੇ ਵੱਲ ਨੂੰ ਜ਼ਿਆਦਾ ਜਾਵਾਂਗੇ। ਇਹ ਸਾਰਾ ਕੁਝ ਤਿਆਗ ਕੇ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਤਾਂ ਗੁਰੂ ਪ੍ਰਤੀ ਨਿਸ਼ਚਾ ਵੀ ਵਧੇਗਾ, ਜੀਵਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਭਾਵਨਾ ਵੀ ਵਧੇਗੀ। ਬਚਨ ਕਹਿਣ ਮੈਂ ਇਹ ਗੁਣ ਸਾਲੀ, ਤਨ ਖਟਨੇ ਕੀ ਜਾੜ ਨਾ ਚਾਲੀ। ਤੇ ਕਹਿੰਦੇ ਗੱਲਾਂ ਬਾਤਾਂ ਦੇ ਵਿੱਚ ਮੈਂ ਤਾਂ ਕਾਲੂ ਜੀ ਹੁਣ ਮਨ ਦੇ ਵਿੱਚ ਇਹ ਸੋਚਦੇ ਨੇ, ਕਹਿੰਦੇ ਗੱਲਾਂ ਬਾਤਾਂ ਦੇ ਵਿੱਚ ਤਾਂ ਇਹ ਗੁਣਾਂ ਦੀ ਖਾਣ ਨੇ, ਗੱਲਾਂ ਬਾਤਾਂ ਦੇ ਵਿੱਚ ਤਾਂ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਪਰ ਕਹਿੰਦੇ ਜਦੋਂ ਧਨ ਕਮਾਉਣ ਦੀ ਗੱਲ ਆਉਂਦੀ ਇਹ ਉਸ ਚਾਲ ਨੂੰ ਸਮਝਦੇ ਹੀ ਨਹੀਂ, ਉਸ ਰੀਤੀ ਨੂੰ ਸਮਝਣ ਦਾ ਯਤਨ ਹੀ ਨਹੀਂ ਕਰਦੇ ਵੀ ਕਿਵੇਂ ਧਨ ਘਰ ਦੇ ਵਿੱਚ ਧਨ ਪ੍ਰਾਪਤ ਕੀਤਾ ਜਾ, ਕਿਵੇਂ ਘਰ ਦੇ ਵਿੱਚ ਧਨ ਅਸੀਂ ਲੈ ਕੇ ਆ ਸਕਦੇ, ਕਿਵੇਂ ਧਨ ਨੂੰ ਕਮਾਉਣਾ ਕੀਤਾ ਜਾ ਸਕਦਾ। ਕਹਿੰਦੇ ਇਹ ਚਾਲ ਇਹਨਾਂ ਨੂੰ ਨਹੀਂ ਆਉਂਦੀ। ਸੁਣ ਸੁਣ ਬਚ ਨਰ ਕਰਹਿ ਬੜਾਈ, ਧਨ ਹਾਨੀ ਇਹ ਭੇਦ ਨਾ ਪਾਈ। ਕਹਿੰਦੇ ਇਸ ਤਰ੍ਹਾਂ ਦੇ ਇਹਨਾਂ ਦੇ ਬਚਨ ਸੁਣ ਸੁਣ ਕੇ ਲੋਕ ਵਡਿਆਈ ਕਰਦੇ ਨੇ, ਕਹਿੰਦੇ ਪਰ ਜਿਹੜਾ ਧਨ ਦਾ ਨੁਕਸਾਨ ਹੈ ਨਾ, ਇਹ ਭੇਦ ਨਹੀਂ ਜਾਣਦੇ ਵੀ ਜੋ ਇਹਨਾਂ ਨੇ ਸਾਡੇ ਘਰ ਦੇ ਵਿੱਚ ਜੋ ਕੁਝ ਅਸੀਂ ਜੋੜਿਆ ਸੀ, ਜੋ ਮੈਂ ਧਨ ਦੌਲਤ ਇਕੱਠੀ ਕੀਤੀ ਸੀ, ਜੋ ਹੁਣ ਤੱਕ ਇਹਨਾਂ ਨੇ ਨੁਕਸਾਨ ਕੀਤਾ ਹੈ, ਉਹ ਨੁਕਸਾਨ ਲੋਕਾਂ ਨੂੰ ਨਹੀਂ ਦਿਖਦਾ,
पर लोग इन्हां दीयां विचारां सुन के, इन्हां दे वचन सुन के वडियाइयां करदे ने। पुनरित परविरती है महता, ते मैं सुनो जो पावर तंता। हुण कित्थे कवि जी जिक्र करदे ने ते कहंदे हुण फिर रुत बदली है ते सियाल दी रुत आ गई। जिवें असीं पिछे जिक्र कीता सी बरसात दी रुत दा जिक्र भी कीता पिछले प्रसंग दे विच, इसे तरह कहते हुण सर्दी की रुत आ गई, सियाल की रुत आ गई है। ते मैं सुनो जो भाव रतनता, कहते वो सारा कुछ सुनना करो जो कुछ भी उस रुत दे विच वापरदा है। तालन बारज बनी बेनाशी, ज्यों कुसंग नासे जस रासी। ते कहते जिवें सियाल की रुत दे विच असीं देखदे आ ना, जदों कोरा पैंदा है, तरेल पैंदी है, तां कई वारी कुछ कु पौधे कुछ कु बूटे इहो ਜਿਹੇ ਹੁੰਦੇ ਨੇ जिन्हां ਦੇ ਉੱਤੇ ਤਰੀਲ ਪੈਣ ਦੇ ਨਾਲ ਉਹ ਜਲ ਜਾਂਦੇ ਨੇ, ਮੁਰਝਾ ਜਾਂਦੇ ਨੇ। ਤੇ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਇਸ ਸਰਦ ਰੁੱਤ ਦੇ ਵਿੱਚ ਜਿਹੜੇ ਵੀ ਕਹਿੰਦੇ ਕਮਲ ਦੇ ਫੁੱਲ ਉੱਗੇ ਹੋਏ ਸੀ ਨਾ, ਉਹ ਇਸ ਸਰਦੀ ਦੀ ਰੁੱਤ ਦਾ ਪ੍ਰਭਾਵ ਕਬੂਲਦੇ ਹੋਏ ਸੜ ਗਏ ਨੇ, ਕੋਮਲ ਨੇ ਨਾ, ਇਸ ਕਰਕੇ ਉਹਨਾਂ ਦੇ ਉੱਤੇ ਉਹ ਸਰਦ ਰੁੱਤ ਦਾ ਜਿਹੜਾ ਸੀ ਬਹੁਤ ਪ੍ਰਭਾਵ ਪਿਆ। ਤੇ ਕਹਿੰਦੇ ਉਹ ਵਿਨਾਸ਼ ਹੋ ਗਿਆ ਉਹਨਾਂ ਦਾ। ਜਿਉਂ ਕੁਸੰਗ ਨਾਸੇ ਜਸਰਾਸੀ, ਕਹਿੰਦੇ ਜਿਵੇਂ ਕੁਸੰਗਤ ਦੇ ਵਿੱਚ ਭੈੜੇ ਲੋਕਾਂ ਦੇ ਵਿੱਚ ਕਿਤੇ ਨਾਮ ਜਪਣ ਵਾਲਾ ਚਲਾ ਜਾਵੇ ਨਾ, ਉੱਥੇ ਟਿਕ ਨਹੀਂ ਸਕਦਾ ਤੇ ਉੱਥੋਂ ਚਲਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਉਹ ਸਮੁੰਦਰ ਦੇ ਵਿੱਚ ਉਹ ਕੋਮਲ ਦਾ ਫੁੱਲ ਵੀ ਉਹਦਾ ਵਿਨਾਸ਼ ਹੋ ਗਿਆ, ਉੱਥੇ ਟਿਕ ਨਹੀਂ ਸਕਿਆ। ਕਿਉਂ? ਤੇ ਇੱਥੇ ਕਵੀ ਜੀ ਨੇ ਹੁਣ ਉਹ ਅਲੰਕਾਰ ਬੰਨੇ ਨੇ ਵੀ ਕਿਵੇਂ ਸਰਦੀ ਦੀ ਰੁੱਤ ਦਾ ਪ੍ਰਕੋਪ ਹੈ, ਨਾਲ ਨਾਲ ਉੱਥੋਂ ਦੇ ਲੋਕਾਂ ਦੀ ਦਸ਼ਾ ਵੀ ਬਿਆਨ ਕਰਦੇ ਨੇ। ਨਿਕਟ ਅਗਨ ਕੇ ਰਹੇ ਮਹਾਨਾ, ਜੋ ਨਿਰਪ ਸੇਵੇ ਸੇ ਮਤਵਾਨਾ। ਤੇ ਕਹਿੰਦੇ ਵੱਡੇ ਲੋਕ ਜਿਹੜੇ ਨੇ ਨਾ, ਤੇ ਅੱਗ ਦੇ ਪਾਸ ਬੈਠਦੇ ਨੇ। ਅਸੀਂ ਵੀ ਆਮ ਤੌਰ ਦੇ ਉੱਤੇ ਯਤਨ ਕਰਦੇ ਹਾਂ, ਅੱਜ ਤਾਂ ਚਲੋ ਤਰੱਕੀ ਹੋ ਗਈ, ਕੁਝ ਇਹੋ ਜਿਹੇ ਸਾਧਨ ਬਣ ਗਏ ਵੀ ਅਸੀਂ ਸਰਦੀ ਤੋਂ ਛੁਟਕਾਰਾ ਪਾਉਣ ਦੇ ਲਈ ਹੀਟਰਾਂ ਦਾ ਪ੍ਰਬੰਧ ਵੀ ਕਰ ਲੈਂਦੇ ਹਾਂ। ਪਰ ਜਿੱਥੇ ਕਿਤੇ ਇਹੋ ਜਿਹਾ ਵਿਧੀ ਵਿਧਾਨ ਨਹੀਂ ਹੈ, ਤਾਂ ਉੱਥੇ ਥਾਵਾਂ ਦੇ ਉੱਤੇ ਅੱਜ ਵੀ ਦੇਖੀਏ ਤਾਂ ਲੋਕ ਉਸ ਰੁੱਤ ਤੋਂ ਬਚਣ ਦੇ ਲਈ, ਠੰਡ ਤੋਂ ਬਚਣ ਦੇ ਲਈ ਲੱਕੜ ਬਾਲਦੇ ਨੇ, ਬਾਲਣ ਬਾਲਦੇ ਨੇ, ਅੱਗ ਦਾ ਆਸਰਾ ਲੈਂਦੇ ਨੇ। ਤੇ ਕਹਿੰਦੇ ਜਿਵੇਂ ਲੋਕ ਵੱਡੇ ਲੋਕ ਨਾ ਹਰ ਵੇਲੇ ਅੱਗ ਪਾਸ ਇੰਜ ਬੈਠੇ ਰਹਿੰਦੇ ਨੇ, ਜਿਵੇਂ ਕਹਿੰਦੇ ਕੋਈ ਬੁੱਧੀਮਾਨ ਕੋਈ ਵਿਚਾਰ ਚਰਚਾ ਕਰਦਾ ਹੋਵੇ ਤੇ ਉਹਦੇ ਉਪਾਸਕ, ਉਹਨੂੰ ਸੁਣਨ ਵਾਲੇ ਪੂਰੀ ਤੀਬਰਤਾ ਦੇ ਨਾਲ, ਧਿਆਨ ਦੇ ਨਾਲ ਉਸ ਬੁੱਧੀਮਾਨ ਵਿਦਵਾਨ ਦੇ ਕੋਲ ਬੈਠੇ ਰਹਿੰਦੇ ਨੇ। ਕਹਿੰਦੇ ਇਵੇਂ ਲੋਕ ਆਪਣੇ ਜੀਵਨ ਦੇ ਵਿੱਚ ਠੰਡ ਨੂੰ ਦੂਰ ਕਰਨ ਦੇ ਲਈ ਅੱਗ ਦੇ ਕੋਲ ਬੈਠੇ ਰਹਿੰਦੇ ਨੇ। ਮੰਦ ਤੇਜ ਸੂਰਜ ਕਾਵਿਓ, ਜਿਉਂ ਭੂਪਤ ਹੋਏ ਆਲਸ ਕਿਓ। ਭੂਪਤ ਦਾ ਭਾਵ ਹੁੰਦਾ ਰਾਜਾ। ਕਹਿੰਦੇ ਜਿਵੇਂ ਕੋਈ ਰਾਜਾ, ਹੁਣ ਰਾਜੇ ਦਾ ਕੰਮ ਤਾਂ ਇਹੀ ਹੁੰਦਾ ਨਾ ਵੀ ਆਪਣੀ ਪ੍ਰਜਾ ਦਾ ਧਿਆਨ ਰੱਖੇ, ਰਾਜ ਪ੍ਰਬੰਧ ਚੰਗੀ ਤਰ੍ਹਾਂ ਚਲਾਵੇ। ਕਹਿੰਦੇ ਜਿਵੇਂ ਕੋਈ ਰਾਜਾ ਆਲਸ ਕਰ ਜਾਵੇ ਨਾ, ਤੇ ਜਿਹੜੇ ਰਾਜਿਆਂ ਨੇ ਫਿਰ ਆਲਸ ਕੀਤਾ ਉਹ ਰਾਜ ਭਾਗ ਜਾਂਦਾ ਲੱਗਦਾ। ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਨਾ, ਜ਼ਿੰਮੇਵਾਰੀ ਚੰਗੇ ਤਰੀਕੇ ਦੇ ਨਾਲ ਨਹੀਂ ਨਿਭਾਈ, ਉਹ ਫਿਰ ਤਖਤ ਤੋਂ ਖੁੱਸ ਜਾਂਦੇ ਨੇ, ਉਹਨਾਂ ਦੇ ਹੱਥੋਂ ਰਾਜ ਭਾਗ ਦੀ ਕੁਰਸੀ ਜਾਂਦੀ ਲੱਗਦੀ। ਇਸੇ ਤਰ੍ਹਾਂ ਹੁਣ ਕਵੀ ਜੀ ਅਲੰਕਾਰ ਬੰਨ੍ਹਦੇ ਨੇ ਤੇ ਕਹਿੰਦੇ ਜਿਹੜੇ ਰਾਜੇ ਆਲਸ ਦਾ ਸ਼ਿਕਾਰ ਹੋ ਗਏ, ਜੇ ਮੰਨ ਲਓ ਰਾਜਾ ਆਲਸ ਦਾ ਸ਼ਿਕਾਰ ਹੋ ਗਿਆ ਤੇ ਉਹਨੇ ਆਪਣੀ ਪ੍ਰਜਾ ਦਾ ਧਿਆਨ ਨਹੀਂ ਦਿੱਤਾ, ਕਹਿੰਦੇ ਮੰਨ ਲਓ ਇਸੇ ਤਰ੍ਹਾਂ ਸੂਰਜ ਦਾ ਪ੍ਰਕੋਪ ਵੀ ਹੈ, ਤੇ ਸੂਰਜ ਨੇ ਵੀ ਕਹਿੰਦੇ ਮੰਨ ਲਓ ਆਲਸ ਕਰ ਲਿਆ ਕਿਸੇ ਤਰੀਕੇ ਦਾ, ਤੇ ਉਹ ਆਪਣਾ ਪ੍ਰਭਾਵ ਛੱਡ ਗਿਆ। ਸੂਰਜ ਦੀ ਤਪਸ਼ ਵੀ ਕਹਿੰਦੇ ਠੰਡੀ ਪੈ ਗਈ। ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਰਾਜਾ ਕੋਈ ਆਲਸ ਕਰ ਲਵੇ, ਇਵੇਂ ਉਹ ਸੂਰਜ ਵੀ ਆਲਸ ਕਰਕੇ ਬੈਠਾ ਹੈ। ਨਰ ਨਾਰਨ ਕੋ ਸੀਤ ਕੰਪਾਵਤ, ਮ੍ਰਿਗ ਬਨਵਾਸੀ ਤਨੇ ਦੁਖਾਵਤ। ਤੇ ਕਹਿੰਦੇ ਜਿਹੜੇ ਵੀ ਇਸਤਰੀਆਂ ਮਰਦ ਨੇ, ਕਹਿੰਦੇ ਠੰਡ ਦੇ ਨਾਲ ਕਾਂਬਾ ਛੇੜ ਦਿੱਤਾ ਉਹਨਾਂ ਨੂੰ। ਠੰਡ ਨੇ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਪ੍ਰਭਾਵ ਪਾਇਆ ਤੇ ਉਹ ਕੰਬਦੇ ਨੇ ਠੰਡ ਦੇ ਕਾਰਨ। ਮ੍ਰਿਗ ਬਨਵਾਸੀ ਤਿਨੇ ਦੁਖਾਵਤ, ਕਹਿੰਦੇ ਜੰਗਲਾਂ ਦੇ ਵਿੱਚ ਜਿਹੜੇ ਹਿਰਨ ਨੇ ਉਹਨਾਂ ਨੂੰ ਵੀ ਸਰਦੀ ਨੇ ਬਹੁਤ ਤੰਗ ਕੀਤਾ ਹੈ। ਕਾਹੂ ਸਮੇ ਨਿਰਪ ਹੋਏ ਬਿਨ ਜੋਰਾ, ਜਿਉ ਦੁਖ ਦੇ ਪ੍ਰਜਾ ਕੋ ਚੋਰਾ। ਤੇ ਕਹਿੰਦੇ ਉਹ ਹਿਰਨ ਇਸੇ ਤਰ੍ਹਾਂ ਸਰਦੀ ਦੀ ਰੁੱਤ ਦੇ ਕਾਰਨ ਕਮਜ਼ੋਰ ਪੈ ਗਏ ਨੇ। ਉਹਨਾਂ ਦੇ ਜੀਵਨ ਦੇ ਵਿੱਚ ਸਰਦੀ ਉਹਨਾਂ ਨੂੰ ਇਸੇ ਤਰ੍ਹਾਂ ਪਰੇਸ਼ਾਨ ਕਰ ਰਹੀ, ਕਹਿੰਦੇ ਜਿਵੇਂ ਰਾਜਾ ਕੋਈ ਆਲਸ ਕਰ ਲਵੇ ਨਾ ਤੇ ਉਸ ਦੇ ਰਾਜ ਭਾਗ ਦੇ ਵਿੱਚ ਚੋਰੀਆਂ ਵੱਧ ਜਾਣ
ਤੇ ਚੋਰੀਆਂ ਵਧਣ ਦੇ ਨਾਲ ਲੋਕ ਜਿਹੜੇ ਨੇ ਤੰਗ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ। ਇਸੇ ਤਰ੍ਹਾਂ ਕਹਿੰਦੇ ਸਰਦੀ ਦੀ ਰੁੱਤ ਨੇ ਇਹਨਾਂ ਜੀਵ ਜੰਤੂਆਂ ਦੇ ਉੱਤੇ ਵੀ ਪ੍ਰਭਾਵ ਪਾਇਆ, ਬਹੁਤ ਤੰਗ ਪਰੇਸ਼ਾਨ ਨੇ। ਨਿਸ ਧੀਰਗ ਮਹਿ ਲੇਤ ਨਿਹਾਲੀ, ਸੋਵੇ ਸੀਤ ਬੇਦਾਰ ਸੁਖਾਲੀ। ਤੇ ਕਹਿੰਦੇ ਠੰਡੀ ਤੇ ਲੰਮੀ ਰਾਤ ਦੇ ਵਿੱਚ, ਠੰਡੀਆਂ ਤੇ ਲੰਮੀ ਰਾਤਾਂ ਦੇ ਵਿੱਚ ਕਹਿੰਦੇ ਸਰਦੀ ਤੋਂ ਬਚਣ ਦੇ ਲਈ ਲੋਕ ਰਜ਼ਾਈਆਂ ਲੈ ਕੇ ਪੈਂਦੇ ਨੇ, ਤਾਂ ਜੋ ਉਹ ਠੰਡ ਤੋਂ ਬਚਿਆ ਜਾ ਸਕੇ, ਤੇ ਰਜਾਈਆਂ ਲੈ ਕੇ ਸੌਂਦੇ ਨੇ। ਜਿਉ ਸਤਿਗੁਰ ਕੀ ਲੈ ਪਗ ਤੂਰੀ, ਭਵ ਸੰਕਟ ਸਿਖ ਕਰਹਿ ਦੂਰੀ। ਤੇ ਕਹਿੰਦੇ ਜਿਵੇਂ ਸਤਿਗੁਰੂ ਜੀ ਦੇ ਬਚਨ ਸੁਣਨ ਦੇ ਨਾਲ ਮਨੁੱਖ ਦੇ ਜੀਵਨ ਦੇ ਵਿੱਚ ਸ਼ਾਂਤੀ ਆਉਂਦੀ ਹੈ, ਮਨੁੱਖ ਦਾ ਜੀਵਨ ਦੇ ਵਿੱਚ ਜਨਮ ਮਰਨ ਦਾ ਗੇੜ ਜਿਹੜਾ ਕੱਟਿਆ ਜਾਂਦਾ, ਮਨੁੱਖ ਸੰਕਟਾਂ ਦੇ ਵਿੱਚੋਂ ਦੂਰ ਹੋ ਜਾਂਦਾ। ਉਸੇ ਤਰ੍ਹਾਂ ਕਹਿੰਦੇ ਜਿਵੇਂ ਸਤਿਗੁਰੂ ਜੀ ਦੇ ਬਚਨ ਸੁਣਨ ਦੇ ਨਾਲ ਮਨੁੱਖ ਦੇ ਮਨ ਦੇ ਵਿੱਚ ਟਿਕਾ ਆਉਂਦਾ, ਉਵੇਂ ਲੋਕ ਸਰਦੀ ਰੁੱਤ ਦੇ ਵਿੱਚ ਬਚਣ ਦੇ ਲਈ ਇਹੋ ਜਿਹੇ ਯਤਨ ਕਰਦੇ ਨੇ ਤਾਂ ਜੋ ਉਹਨਾਂ ਦੇ ਜੀਵਨ ਦੇ ਵਿੱਚ ਵੀ ਟਿਕਾ ਆ ਸਕੇ। ਆਤਮ ਖਰੀ ਸੁਹਾਏ ਸਰੀਰਾ, ਜਿਉ ਸਤ ਸੰਗਤ ਜਨਮਤ ਧੀਰਾ। ਤੇ ਕਹਿੰਦੇ ਧੁੱਪ ਸਰੀਰ ਨੂੰ ਇੰਝ ਚੰਗੀ ਲੱਗਦੀ ਹੈ ਕਿ ਜਿਵੇਂ ਕਹਿੰਦੇ ਬੁੱਧੀਮਾਨਾਂ ਦੀ ਸਤ ਸੰਗਤ ਦੇ ਵਿੱਚ ਮਨੁੱਖ ਨੂੰ ਵਿਚਾਰ ਸੁਣਨੇ ਚੰਗੇ ਲੱਗਦੇ ਨੇ ਨਾ। ਅਸੀਂ ਕਈ ਵਾਰੀ ਦੇਖਦੇ ਹਾਂ ਕੋਈ ਵੀ ਬੁਲਾਰਾ ਪੂਰੀ ਇਕਾਗਰਤਾ ਦੇ ਨਾਲ, ਪੂਰੀ ਲਗਨ ਦੇ ਨਾਲ ਕੋਈ ਵੀ ਵਿਚਾਰ ਕਰਦਾ ਹੋਵੇ ਨਾ, ਤਾਂ ਜਿਹਦਾ ਮਨ ਕਦੇ ਵੀ ਨਹੀਂ ਟਿਕਦਾ ਉਹ ਵੀ ਮਨ ਟਿਕਾ ਕੇ ਉਸ ਬੁਲਾਰੇ ਦੀ ਜੋ ਵੀ ਵਿਚਾਰ ਹੁੰਦੀ ਉਹ ਸੁਣਦਾ ਹੈ ਤੇ ਮਨ ਨੂੰ ਧੀਰਜ ਆਉਂਦਾ। ਕਹਿੰਦੇ ਇਸੇ ਤਰ੍ਹਾਂ ਇਹ ਧੁੱਪ ਸਰਦੀ ਦੀ ਰੁੱਤ ਦੇ ਵਿੱਚ ਮਨੁੱਖਾਂ ਨੂੰ ਧੀਰਜ ਦਿੰਦੀ ਹੈ। ਸ਼ੀਤਲ ਬਹਿ ਨੀਰ ਸਮੀਰਾ, ਜੋ ਰੰਕਨ ਕੋ ਕਰਤ ਅਧੀਰਾ। ਤੇ ਕਹਿੰਦੇ ਇਸ ਰੁੱਤ ਦੇ ਵਿੱਚ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਆ ਵੀ ਸਿਆਲ ਦੀ ਰੁੱਤ ਦੇ ਵਿੱਚ ਪਾਣੀ ਵੀ ਠੰਡਾ ਹੁੰਦਾ ਹੈ। ਜੇ ਕਿਤੇ ਮਾੜੀ ਜੀ ਹਵਾ ਵੀ ਚੱਲਦੀ ਹੋਵੇ ਨਾ ਤਾਂ ਉਹ ਵੀ ਸਾਨੂੰ ਬਹੁਤ ਪਰੇਸ਼ਾਨ ਕਰਦੀ ਹੈ। ਤੇ ਕਹਿੰਦੇ ਸ਼ੀਤਲ ਪਾਣੀ ਤੇ ਜਿਹੜੀ ਹਵਾ ਵਗ ਰਹੀ ਹੈ ਨਾ, ਤਾਂ ਜਿਵੇਂ ਮੰਨ ਲਓ ਕਹਿੰਦੇ ਕੰਗਾਲਾਂ ਦੇ ਘਰ ਦੇ ਵਿੱਚ ਹੋਰ ਕੰਗਾਲ ਪੈ ਜਾਵੇ, ਗਰੀਬਾਂ ਦੇ ਘਰ ਦੇ ਵਿੱਚ ਜਿਵੇਂ ਉਹਨਾਂ ਨੂੰ ਗਰੀਬੀ ਦਾ ਦੁੱਖ ਸੰਤਾਪਦਾ ਹੈ, ਗਰੀਬੀ ਉਹਨਾਂ ਨੂੰ ਤੰਗ ਕਰਦੀ ਹੈ, ਤੇ ਕੋਈ ਵੀ ਘਰ ਦੇ ਵਿੱਚ ਪਰੇਸ਼ਾਨੀ ਆ ਜਾਵੇ, ਗਰੀਬੀ ਦੇ ਕਾਰਨ ਬੰਦੇ ਦਾ ਅੱਗੇ ਲੱਕ ਟੁੱਟਿਆ ਹੁੰਦਾ ਤੇ ਉਹ ਪਰੇਸ਼ਾਨੀ ਆਉਣ ਦੇ ਨਾਲ ਉਹ ਮਨੁੱਖ ਹੋਰ ਸੋਚਾਂ ਫਿਕਰਾਂ ਦੇ ਵਿੱਚ ਪੈ ਜਾਂਦਾ। ਇਸੇ ਤਰ੍ਹਾਂ ਕਹਿੰਦੇ ਉਹ ਮਨੁੱਖਾਂ ਦੇ ਜੀਵਨ ਦੇ ਵਿੱਚ ਇਹ ਸ਼ੀਤਲ ਹਵਾ ਤੇ ਉਹ ਜਿਹੜਾ ਪਾਣੀ ਹੈ ਨਾ, ਮਨੁੱਖ ਦੇ ਜੀਵਨ ਦੇ ਵਿੱਚ ਉਹਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ। ਜੋ ਬਿਨ ਸਤਿਗੁਰ ਤੇ ਰਖਬਾਰਾ, ਜਗਿਆਸੀ ਕੋ ਕਰਤ ਬੇਕਾਰਾ। ਤੇ ਕਿਵੇਂ ਜਿਵੇਂ ਕਹਿੰਦੇ ਸਤਿਗੁਰੂ ਤੋਂ ਬਗੈਰ, ਗਿਆਨ ਤੋਂ ਬਗੈਰ, ਗਿਆਨ ਤੋਂ ਸਖਣੇ ਮਨੁੱਖ ਇਸ ਸੰਸਾਰ ਦੇ ਵਿੱਚ ਕਿਸੇ ਵੀ ਦੀ ਉਹਨਾਂ ਦੀ ਪਾਲਣਾ ਨਹੀਂ ਕਰਦਾ। ਕੋਈ ਵੀ ਜਿਹੜੇ ਗਿਆਨ ਤੋਂ ਅਧੂਰੇ ਨੇ ਨਾ, ਤੇ ਮੰਨ ਲਓ ਕਹਿੰਦੇ ਕੋਈ ਵੀ ਉਹਨਾਂ ਦੀ ਲੁਕਾਈ ਦੇ ਵਿੱਚ ਰੱਖਿਆ ਨਹੀਂ ਕਰਦਾ। ਕਹਿੰਦੇ ਜਗਿਆਸੀ ਕੋ ਕਰਤ ਵਿਕਾਰਾ। ਤੇ ਕਹਿੰਦੇ ਇਸੇ ਤਰ੍ਹਾਂ ਠੰਡ ਦੀ ਰੁੱਤ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਇਹੋ ਜਿਹਾ ਹਾਲ ਹੋਇਆ ਵੀ ਕੋਈ ਵੀ ਉਹਨਾਂ ਦੀ ਪੁਕਾਰ ਸੁਣਨ ਵਾਲਾ ਨਹੀਂ ਹੈ। ਆਸ ਹਿੰਮਤ ਰਿਤ ਮਹਿ ਜਗ ਕੰਤਾ, ਭਰੇ ਰਹੇ ਸੁਖਦਾਨੀ ਸੰਤਾ। ਤੇ ਕਹਿੰਦੇ ਇਸੇ ਤਰ੍ਹਾਂ ਠੰਡੀ ਰੁੱਤ ਦੇ ਵਿੱਚ ਜਗਤ ਦੇ ਮਾਲਕ ਅਤੇ ਸੰਤਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਲੇਟੇ ਹੋਏ ਨੇ। ਕਿਸ ਸਿਉ ਮਿਲੇ ਨਾ ਬੋਲੇ ਹੈ ਬਾਣੀ, ਰਹੇ ਇਕਾਕੀ ਗੁਣ ਗਣ ਖਾਨੀ। ਕਹਿੰਦੇ ਨਾ ਹੀ ਕਿਸੇ ਦੇ ਨਾਲ ਬਹੁਤਾ ਮਿਲਦੇ ਨੇ, ਨਾ ਹੀ ਕਿਸੇ ਦੇ ਨਾਲ ਬਹੁਤਾ ਵਚਨ ਵਿਲਾਸ ਕਰਦੇ ਨੇ। ਅਕਸਰ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਕੱਲੇ ਰਹਿੰਦੇ ਨੇ। ਅਸ ਵਿਦ ਸੋ ਜੁਗ ਮਾਸ ਬਿਤਾਏ, ਫਿਰ ਨ ਲੱਗੇ ਪੁਨ ਸਹਿਜ ਸੁਭਾਏ। ਤੇ ਸੁੱਖਾਂ ਦੀ ਖਾਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਹਿੰਦੇ ਇਸੇ ਤਰ੍ਹਾਂ ਆਪਣੇ ਜੀਵਨ ਦੇ ਇਸ ਸਰਦ ਰੁੱਤ ਦੇ ਜਿਹੜੇ ਆਰੰਭਲੇ 2 ਮਹੀਨੇ ਸਨ ਨਾ, ਉਹ ਬਤੀਤ ਕੀਤੇ ਨੇ। 2 ਮਹੀਨਿਆਂ ਦਾ ਸਮਾਂ ਇਸੇ ਤਰ੍ਹਾਂ ਬਤੀਤ ਕੀਤਾ। ਤੇ ਕਹਿੰਦੇ ਫਿਰ ਸਹਿਜ ਸੁਭਾਈ ਆਮ ਲੋਕਾਂ ਦੇ ਵਿੱਚ ਵਿਚਰਨ ਲੱਗ ਪਏ ਨੇ। ਰੁਚ ਸੋ ਖਾਨ ਖਾਨ ਕੋ ਕਰਹੀ, ਮਾਤ ਬਿਲੋਕ ਹਰ ਖਿਉਰ ਧਰਹੀ। ਤੇ ਕਹਿੰਦੇ ਜਿਸ ਵੀ ਪਦਾਰਥ ਨੂੰ ਖਾਣ ਪੀਣ ਦੀ ਉਹਨਾਂ ਦੀ ਰੁਚੀ ਹੁੰਦੀ ਹੈ ਨਾ, ਤੇ ਆਪਣੇ ਮਾਤਾ ਜੀ ਨੂੰ ਕਹਿ ਕੇ ਉਹ ਪਦਾਰਥ ਛਕਦੇ ਨੇ ਤੇ ਆਪਣੇ ਮਨ ਦੀ ਖੁਆਇਸ਼ ਪੂਰੀ ਕਰਦੇ ਨੇ। ਜਾਣਤ ਭਈ ਅਨਾਮਗ ਤਨ ਕੋ, ਦੀਨੋ ਦਾਨ ਦਿਜਨਸ ਸਭਨ ਕੋ। ਤੇ ਕਹਿੰਦੇ ਇਸੇ ਤਰ੍ਹਾਂ ਮਾਤਾ ਜੀ ਜਦ ਇਹ ਵੇਖਿਆ ਕਿ ਉਹਨਾਂ ਦਾ ਪੁੱਤਰ ਚੰਗੀ ਤਰ੍ਹਾਂ ਅਰੋਗ ਹੋ ਗਿਆ,
क्योंकि माता पिता नूं ज़्यादा फिक्र हुंदा किते बच्चा प्रशादा पानी ना छके ना तो मामा ज़्यादा बच्चे का ख्याल रखदियां। ਜਦੋਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੰਗੇ ਤਰੀਕੇ ਦੇ ਨਾਲ ਭੋਜਨ ਪਾਣੀ ਛਕਣਾ ਆਰੰਭ ਕਰ ਦਿੱਤਾ ਹੈ, ਕਹਿੰਦੇ ਮਾਤਾ ਜੀ ਦੇ ਹੁਣ ਮਨ ਦੇ ਵਿੱਚ ਥੋੜੀ ਤਸੱਲੀ ਹੋਈ ਵੀ ਮੇਰਾ ਪੁੱਤ ਹੁਣ ਤੰਦਰੁਸਤ ਹੈ, ਮੇਰਾ ਪੁੱਤ ਹੁਣ ਠੀਕ ਠਾਕ ਹੋ ਗਿਆ ਹੈ। ਸੁੰਦਰ ਬਸਤਰ ਨਵੀਨ ਬਣਾਏ, ਸੁਤ ਕੋ ਜਿਤ ਦੁਲਾਰ ਪਹਿਨਾਏ। ਤੇ ਜਦੋਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੰਗੇ ਤਰੀਕੇ ਦੇ ਨਾਲ ਠੀਕ ਹੋ ਗਏ ਨਾ, ਮਾਤਾ ਜੀ ਨੂੰ ਮਹਿਸੂਸ ਹੋਇਆ ਵੀ ਮੇਰਾ ਪੁੱਤਰ ਹੁਣ ਤੰਦਰੁਸਤ ਹੋ ਗਿਆ। ਕਹਿੰਦੇ ਉਹਨਾਂ ਨੇ ਨਗਰ ਦੇ ਜਿਹੜੇ ਵਿਦਵਾਨ ਲੋਕ ਸਨ, ਬ੍ਰਾਹਮਣ ਸਨ, ਕਹਿੰਦੇ ਮਾਤਾ ਜੀ ਨੇ ਉਹਨਾਂ ਨੂੰ ਦਾਨ ਦਿੱਤਾ ਹੈ। ਤੇ ਇਸ ਦੇ ਨਾਲ ਕਹਿੰਦੇ ਸੁੰਦਰ ਵਸਤਰ ਨਵੀਨ ਬਣਾਏ। ਫਿਰ ਉਸ ਸਮੇਂ ਸੁੰਦਰ ਕੱਪੜੇ ਬਣਾਏ ਨੇ, ਸੁਤ ਕੋ ਜੁਤ ਦੁਲਾਰ ਪਹਿਰਾਏ, ਤੇ ਆਪਣੇ ਪੁੱਤਰ ਨੂੰ ਨਵੇਂ ਸੋਹਣੇ ਵਸਤਰ ਤਿਆਰ ਕਰਵਾ ਕੇ ਪਿਆਰ ਕਰਦੇ ਕਰਦੇ ਉਹਨਾਂ ਨੇ ਆਪਣੇ ਪੁੱਤਰ ਨੂੰ ਨਵੇਂ ਵਸਤਰ ਪਹਿਨਾਏ ਨੇ। ਬਦਨ ਸਦਨ ਸ਼ਬ ਪੁਨ ਪੁਨ ਦੇਖੀ, ਵੱਡ ਭਾਗਣ ਲਖ ਆਪ ਬਸੇਖੀ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਜਗਤ ਦੇ ਵਿੱਚ ਸ਼ੋਭਾ ਹੈ, ਜਗਤ ਦੇ ਲੋਕ ਵਡਿਆਈ ਕਰਦੇ ਨੇ, ਤੇ ਉਹਨਾਂ ਨੂੰ ਗੁਰੂ ਜੀ ਦੇ ਜਿਹੜੇ ਉਸ ਮੁਖੜੇ ਨੂੰ ਵਾਰ-ਵਾਰ ਮਾਤਾ ਜੀ ਵੇਖਦੇ ਨੇ ਤੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਜਾਣ ਕੇ ਬਹੁਤ ਪ੍ਰਸੰਨ ਹੁੰਦੇ ਨੇ। ਗਿਆਤ ਤਿਨ ਕੀ ਪੰਗਤ ਜਗ ਮੂਲਾ, ਵੈਸੇ ਬੇਕਾਲੂ ਅਨਕੂਲਾ। ਤੇ ਕਹਿੰਦੇ ਜਿਹੜੇ ਸਕੇ ਸੰਬੰਧੀਆਂ ਦੀ ਪੰਗਤੀ ਹੈ ਨਾ, ਉਹ ਜਗਤ ਦਾ ਮੂਲ ਹੈ। ਕਿਉਂਕਿ ਰਿਸ਼ਤੇਦਾਰੀਆਂ ਜਿਵੇਂ ਜਿਵੇਂ ਮਨੁੱਖ ਵੱਡਾ ਹੁੰਦਾ, ਰਿਸ਼ਤੇਦਾਰੀਆਂ ਵੱਧਦੀਆਂ ਜਾਂਦੀਆਂ ਨੇ। ਕਹਿੰਦੇ ਇਹ ਜਗਤ ਦਾ ਮੂਲ ਹੈ ਰਿਸ਼ਤੇਦਾਰੀਆਂ। ਜਿਹੜੇ ਸਕੇ ਸੰਬੰਧੀ ਨੇ ਨਾ, ਇਹ ਜਗਤ ਇਹਨਾਂ ਦੇ ਨਾਲ ਹੀ ਬਣਦਾ। ਜਿਵੇਂ ਇੱਕ ਜੀਵ ਦੇ ਨਾਲ, ਇੱਕ ਮਨੁੱਖ ਦੇ ਨਾਲ ਦੂਜੇ ਮਨੁੱਖ ਦਾ ਰਿਸ਼ਤਾ ਜੁੜਦਾ, ਇਵੇਂ ਰਿਸ਼ਤਾ ਜੁੜਦਾ ਜੁੜਦਾ ਪਰਿਵਾਰ ਬਣ ਜਾਂਦਾ। ਇਵੇਂ ਪਰਿਵਾਰ ਬਣਦੇ ਬਣਦੇ ਫਿਰ ਸ਼ਰੀਕਾ ਭਾਈਚਾਰਾ ਬਣ ਜਾਂਦਾ, ਤੇ ਸ਼ਰੀਕੇ ਭਾਈਚਾਰੇ ਇਕੱਠੇ ਹੋ ਕੇ ਇੱਕ ਬਰਾਦਰੀ ਵੀ ਬਣ ਜਾਂਦੀ, ਤੇ ਬਰਾਦਰੀਆਂ ਇਕੱਠੀਆਂ ਹੋ ਕੇ ਫਿਰ ਕੌਮ ਬਣ ਜਾਂਦੀ। ਇਸੇ ਤਰ੍ਹਾਂ ਕਹਿੰਦੇ ਇਹ ਜਿਹੜੇ ਰਿਸ਼ਤੇਦਾਰੀਆਂ ਨੇ, ਇਹ ਸਕੇ ਸੰਬੰਧੀ ਨੇ, ਕਹਿੰਦੇ ਇਹ ਜਗਤ ਦਾ ਮੂਲ ਹੈ, ਜਗਤ ਦਾ ਬੀਜ ਹੈ। ਤੇ ਕਹਿੰਦੇ ਇਸੇ ਤਰ੍ਹਾਂ ਫਿਰ ਵੈਸੇ ਭੇ ਕਾਲੂ ਅਨਕੂਲਾ। ਤੇ ਗੁਰੂ ਜੀ ਕਈ ਵਾਰ ਮਹਿਤਾ ਕਾਲੂ ਜੀ ਦੇ ਪਾਸ ਆ ਕੇ ਬੈਠ ਜਾਂਦੇ ਹਨ। ਲੋਕ ਇੱਕ ਰੀਤ ਮਿਲਣ ਪੁਨ ਬੋਲਣ, ਕਰਹੀਂ ਸਭ ਬਿਦ ਪੁਰ ਮਹਿ ਡੋਲਣ। ਤੇ ਕਹਿੰਦੇ ਇਸੇ ਤਰ੍ਹਾਂ ਜਿਹੜੀ ਲੋਕਾਂ ਦੀ ਰੀਤੀ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਾਜ ਦੇ ਲੋਕਾਂ ਦੇ ਨਾਲ ਹੁਣ ਮਿਲਦੇ ਨੇ, ਬੋਲਦੇ ਨੇ, ਵਿਚਾਰ ਚਰਚਾ ਕਰਦੇ ਨੇ, ਤੇ ਕਹਿੰਦੇ ਆਪਣੀ ਮਰਜ਼ੀ ਦੇ ਮੁਤਾਬਕ ਹੁਣ ਨਗਰ ਦੇ ਵਿੱਚ ਘੁੰਮਦੇ ਫਿਰਦੇ ਨੇ। ਸੁੰਦਰ ਸ਼ੋਭਤ ਬੈਸ ਕਿਸ਼ੋਰਾ, ਗਿਰਾ ਮ੍ਰਿਦ ਮਦਨੀ ਚਿਤ ਚੋਰਾ। ਕਿਸ਼ੋਰ ਅਵਸਥਾ ਦਾ ਇੱਥੇ ਜ਼ਿਕਰ ਕੀਤਾ ਗਿਆ। ਕਹਿੰਦੇ ਜਿਹੜਾ 11 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦਾ ਸਮਾਂ ਬਣਦਾ ਹੈ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਕਿਸ਼ੋਰ ਅਵਸਥਾ ਦੇ ਵਿੱਚ ਕਹਿੰਦੇ ਗੁਰੂ ਜੀ ਬਹੁਤ ਸੁੰਦਰ ਲੱਗਦੇ ਨੇ। ਲਲਤ ਬਿਲੋਚਨ ਦਲ ਉਤਪਲ ਸੇ, ਤਾਰੇ ਸ਼ਾਮ ਗੰਡ ਕੀ ਮਿਲ ਸੇ। ਤੇ ਕਹਿੰਦੇ ਉਹਨਾਂ ਦੀ ਜਿਹੜੀ ਮਧੁਰ ਆਵਾਜ਼ ਹੈ, ਮਿੱਠੀ ਆਵਾਜ਼ ਹੈ, ਤੇ ਬੜੀ ਕੋਮਲ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਜਿਹੜੀਆਂ ਅੱਖਾਂ ਨੇ, ਜਿਹੜੇ ਨੈਣ ਨੇ, ਉਹ ਕਮਲ ਦੇ ਫੁੱਲਾਂ ਦੇ ਵਾਂਗ ਨੇ। ਤੇ ਇਸੇ ਤਰ੍ਹਾਂ ਕਹਿੰਦੇ ਤਾਰੇ ਸ਼ਾਮ ਗੰਢ ਕੀ ਮਿਲ ਸੇ, ਤੇ ਅੱਖਾਂ ਦੇ ਤਾਰੇ ਗੰਢ ਕੀ ਨਾਮੀ ਨਦੀ ਦੇ ਪੱਥਰ ਵਰਗੇ ਲੱਗਦੇ ਨੇ। ਉਹ ਜਿਹੜੀਆਂ ਅੱਖਾਂ ਦੇ ਵਿੱਚ ਪੁਤਲੀਆਂ ਨੇ ਨਾ, ਹੁਣ ਕਵੀ ਜੀ ਇੱਥੇ ਅਲੰਕਾਰ ਬੰਨ੍ਹਦੇ ਨੇ। ਕਹਿੰਦੇ ਜਿਵੇਂ ਨਦੀ ਦੇ ਕਿਨਾਰੇ ਕਾਲੇ ਕਾਲੇ ਪੱਥਰ ਪਏ ਹੋਣ ਨਾ, ਉਹ ਬਹੁਤ ਸੋਹਣੇ ਲੱਗਦੇ ਨੇ। ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਅੱਖਾਂ ਵੀ ਉਹਨਾਂ ਚਮਕਦੇ ਪੱਥਰਾਂ ਦੇ ਵਾਂਗ ਸੋਹਣੀਆਂ ਲੱਗਦੀਆਂ ਨੇ। ਸੋਰਠਾ ਬਣੀ ਸੋ ਪ੍ਰਿਕਟੀ ਬੰਕ ਜਿਉ, ਕੁਮਾਰ ਇਹ ਕਾਮ ਕੀ, ਕਿੰਦੋ ਬਿੰਦ ਅੰਕਲੰਕ ਸਦਨ ਤਾਸ ਮਿਹਾਰ ਵਸੀ। ਤੇ ਕਹਿੰਦੇ ਭਰਵੱਟੇ ਜਿਹੜੇ ਨੇ ਉਹ ਕਾਮਦੇਵ ਦੀ ਕਮਾਨ ਵਾਂਗ ਲੱਗਦੇ ਨੇ, ਜਾਂ ਕਹਿੰਦੇ ਦੂਜ ਦੇ ਚੰਦ ਵਾਂਗ ਨੇ। ਤੇ ਜਿਹੜੇ ਆਮ ਤੌਰ ਦੇ ਉੱਤੇ ਅਸੀਂ ਜਦੋਂ ਕਮਾਨ ਦੇ ਦੇਖਦੇ ਆ ਨਾ, ਜਿਹਨੂੰ ਤੀਰ ਕਮਾਨ ਵੀ ਕਹਿ ਦਿੰਦੇ ਆ, ਉਹ ਕਮਾਨ ਦਾ ਦੇਖਦੇ ਅਸੀਂ ਸ਼ੇਪ ਕਿਹੋ ਜਿਹੀ ਹੁੰਦੀ। ਹੁਣ ਇੱਥੇ ਅਲੰਕਾਰ ਬੰਨਿਆ ਗਿਆ। ਕਹਿੰਦੇ ਜਿਵੇਂ ਕਮਾਨ ਹੁੰਦੀ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਭਰਵੱਟਿਆਂ ਦਾ ਆਕਾਰ, ਭਰਵੱਟਿਆਂ ਦੀ ਸ਼ੇਪ ਇਹੋ ਜਿਹੀ ਹੈ। ਤੇ ਕਹਿੰਦੇ ਕਿੰਦੋ ਇੰਦ ਅਕਲੰਕ ਸਦਨ ਤਾਸ ਮਹਿਰਾਬ ਸੀ, ਜਾਂ ਉਸ ਦੇ ਡਰ ਦੀ ਘਾਟ ਵਾਂਗ ਟੇਢੇ ਹਨ।
ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਹੁਣ ਕਵੀ ਜੀ ਅਲੰਕਾਰ ਬੰਨ੍ਹ ਕੇ ਉਹਨਾਂ ਦੇ ਸਰੀਰ ਦੇ ਬੰਤਰ ਦਾ ਜ਼ਿਕਰ ਕਰਦੇ ਨੇ। ਚੌਪਈ ਮੰਦ ਮੰਦ ਸੁੰਦਰ ਗਤ ਚਲਹੀ, ਦਇਆ ਦ੍ਰਿਸ਼ਟ ਦੇਖੇ ਦੁਖ ਦਲਹੀ। ਤੇ ਕਹਿੰਦੇ ਮੰਦ ਮੰਦ ਦਾ ਭਾਵ ਹੁੰਦਾ ਹੌਲੀ ਹੌਲੀ, ਆਰਾਮ ਦੇ ਨਾਲ। ਕਹਿੰਦੇ ਹੌਲੀ ਹੌਲੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋਹਣੀ ਤੇ ਨਿਰਾਲੀ ਚਾਲ ਚੱਲਦੇ ਨੇ। ਦਇਆ ਦ੍ਰਿਸ਼ਟ ਦੇਖੇ ਦੁਖ ਦਲਹੀ, ਜਿਸ ਵੱਲ ਵੀ ਮਿਹਰ ਦੀ ਨਜ਼ਰ ਕਰਕੇ ਵੇਖਦੇ ਨੇ, ਕਹਿੰਦੇ ਉਹਨਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਨਿਤ ਇੱਛਾ ਬੇਦੀ ਕੁਲ ਕੇਤੂ, ਵਿਚਰੇ ਕੀਰਤਨ ਕਰਤਨ ਕੇਤੂ। ਤੇ ਕਹਿੰਦੇ ਇਸੇ ਤਰ੍ਹਾਂ ਸਮਾਜ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰਦੇ ਨੇ। ਸਮਾਜ ਦੇ ਲੋਕਾਂ ਦੇ ਨਾਲ ਹੁਣ ਵਚਨ ਵਿਲਾਸ ਕਰਦੇ ਨੇ, ਤੇ ਕਹਿੰਦੇ ਪਰ ਘਰ ਦੇ ਵਿੱਚ ਕੋਈ ਕੰਮ ਨਹੀਂ ਕਰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਾਜ ਦੇ ਵਿੱਚ ਵਿਚਰਦੇ ਨੇ, ਵਚਨ ਵਿਲਾਸ ਕਰਦੇ ਨੇ, ਲੋਕਾਂ ਦੇ ਦੁੱਖਾਂ ਦਾ ਨਾਸ਼ ਕਰਦੇ ਨੇ। ਐਸੇ ਕਿੰਚਿਤ ਕਾਲ ਬਿਤਾਇਓ, ਜਗਤ ਉਦਾਹਰਣ ਹਿਤ ਜੋ ਆਇਓ। ਤੇ ਕਹਿੰਦੇ ਜਿਨ੍ਹਾਂ ਦਾ ਜਨਮ ਹੀ ਅਵਤਾਰ ਹੀ ਇਸ ਧਰਤੀ ਦੇ ਉੱਤੇ ਲੋਕਾਂ ਦਾ ਉਧਾਰ ਕਰਨ ਵਾਸਤੇ ਹੋਇਆ ਸੀ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਾਜ ਦੇ ਵਿੱਚ ਵਿਚਰਦੇ ਹੋਏ ਲੋਕਾਂ ਦਾ ਉਧਾਰ ਕਰਦੇ ਨੇ, ਲੋਕਾਂ ਦੇ ਦੁੱਖਾਂ ਦਾ ਨਾਸ਼ ਕਰਦੇ ਨੇ, ਉਹਨਾਂ ਨੂੰ ਮੁਕਤੀ ਦਾ ਮਾਰਗ ਦੱਸਦੇ ਨੇ। ਤੇ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਸਮਾਂ ਬਤੀਤ ਕਰਦੇ ਨੇ। ਇੱਕ ਬਾਸੁਰ ਕਾਲੂ ਨਿਜ ਸਦਨਾ, ਬੈਸ ਬੁਲਾਇਓ ਬਾਰਜ ਬਦਨਾ। ਤੇ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਉਹਨਾਂ ਦੇ ਪਿਤਾ ਜੀ ਨੇ ਮਹਿਤਾ ਕਾਲੂ ਜੀ ਨੇ ਇੱਕ ਦਿਨ ਕਹਿੰਦੇ ਘਰ ਦੇ ਵਿੱਚ ਬੈਠੇ ਹੋਏ ਆਪਣੇ ਕੋਲ ਬੁਲਾਇਆ, ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਦੇਖਾਂਗੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਹਿਤਾ ਕਾਲੂ ਜੀ ਜਿਵੇਂ ਆਪਣੇ ਪਾਸ ਬੁਲਾਉਂਦੇ ਨੇ, ਤੇ ਕੀ ਕੀ ਬਚਨ ਵਿਲਾਸ ਪਿਓ ਪੁੱਤ ਦੇ ਵਿਚਕਾਰ ਹੁੰਦੇ ਨੇ, ਜਾਂ ਕੀ ਕੀ ਵਿਚਾਰਾਂ ਚਰਚਾਵਾਂ ਹੁੰਦੀਆਂ ਨੇ, ਉਹ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਪ੍ਰਸੰਗ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।